ਕਿਸਾਨ ਆਗੂ ਕਹਿੰਦੇ ਨੇ ਇੱਕ ਉਹ ਨੰਬਰ ਦੱਸ ਦਿਓ ਜਿਸ ਦੇ ਉੱਤੇ ਕਾਲ ਕਰਨੀ ਹੈ ਨੰਬਰ ਸਾਰੇ ਕੋਲ ਹੈਗੇ ਨੇ ਤੇ ਉਹ ਦੂਰੀ ਵੀ ਜਿਹੜੀ ਹੈਗੀ ਹੈ ਖਤਮ ਕਰ ਦਿਓ ਕਿਉਂਕਿ ਬੈਰੀਕੇਡਿੰਗ ਰਸਤੇ ਦੇ ਵਿੱਚ ਬਹੁਤ ਕਰ ਦਿੱਤੀ ਹੈ। ਕਿਵੇਂ ਉਹ ਆਉਣਗੇ ਸਿੰਘ ਜੀ? ਫਿਰ ਲੱਗਦਾ ਹੈ ਕਿ ਤੁਸੀਂ ਕਿਹਾ ਜਿਸ ਤਰੀਕੇ ਨਾਲ ਇਹ ਬੈਰੀਕੇਡਿੰਗ ਚੱਕਾ ਜਾਮ ਕਰਕੇ ਕੀਤੀ ਸੀਗੀ ਤਾਂ ਹੁਣ ਫਿਰ ਚੱਕਾ ਜਾਮ ਦੀ ਕਾਲ ਖਤਮ ਹੋ ਗਈ, ਫਿਰ ਬੈਰੀਕੇਡਿੰਗ ਵੀ ਖਤਮ ਹੋ ਜਾਵੇਗੀ। ਮੇਰੇ ਖਿਆਲ ਉਹ ਵੀ ਹੋ ਜਾਏਗੀ ਗੱਲ, ਬੈਰੀਕੇਡਿੰਗ ਦਾ ਇਸ਼ੂ ਨਹੀਂ ਹੈ। ਜੇ 2 ਅਕਤੂਬਰ ਤੱਕ ਇਹ ਨਹੀਂ ਰੱਦ ਹੁੰਦੇ ਤਾਂ ਫਿਰ 40 ਲੱਖ ਟਰੈਕਟਰ ਲੈ ਕੇ ਵੀ ਅਸੀਂ ਯਾਤਰਾ ਕਰਨ ਨੂੰ ਤਿਆਰ। 2 ਅਕਤੂਬਰ ਦੀ ਜਗ੍ਹਾ 2 ਮਾਰਚ ਤੋਂ ਪਹਿਲੇ ਗੱਲ ਨਿਬੇੜ ਕੇ ਆਪਣੇ ਪਿੰਡ ਜਾਓ। ਕਿਸਾਨਾਂ ਤੇ ਕੇਂਦਰ ਸਰਕਾਰ ਦੇ ਦਰਮਿਆਨ 22 ਤਰੀਕ ਤੋਂ ਬਾਅਦ ਡੈਡਲੌਕ ਬਣ ਚੁੱਕਿਆ ਹੈ। ਕੋਈ ਵੀ ਰਾਬਤਾ ਉਹਨਾਂ ਦੇ ਵਿਚਕਾਰ ਨਹੀਂ ਹੋ ਪਾ ਰਿਹਾ। ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜ਼ਰੂਰ ਇਹ ਗੱਲ ਕਹਿੰਦੇ ਨੇ ਕਿ ਇੱਕ ਕਾਲ ਦੀ ਦੂਰੀ ਦੇ ਉੱਤੇ ਅਸੀਂ ਆ, ਜਦੋਂ ਕਿਸਾਨ ਚਾਹਣ ਅਸੀਂ ਗੱਲਬਾਤ ਕਰਨ ਦੇ ਲਈ ਤਿਆਰ ਆ। ਪਰ ਕਿਸਾਨ ਕਹਿੰਦੇ ਨੇ ਕਿ ਜੋ ਮਾਹੌਲ ਕੇਂਦਰ ਦੀ ਸਰਕਾਰ ਨੇ ਬਣਾ ਦਿੱਤਾ ਹੈ, ਜਿਸ ਤਰੀਕੇ ਦੇ ਨਾਲ ਕਿਲਬੰਦੀ ਕੀਤੀ ਗਈ ਹੈ, ਤਾਰਬੰਦੀ ਕੀਤੀ ਗਈ ਹੈ, ਜਿਸ ਤਰੀਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇੰਟਰਨੈਟ ਸੇਵਾਵਾਂ ਬੰਦ ਕਰਵਾਈਆਂ ਗਈਆਂ ਨੇ, ਉੱਥੇ ਸਹੂਲਤਾਂ ਬੰਦ ਕਰ ਦਿੱਤੀਆਂ ਗਈਆਂ ਨੇ, ਇਸ ਦੇ ਦਰਮਿਆਨ ਗੱਲਬਾਤ ਨਹੀਂ ਹੋ ਸਕਦੀ। ਅੱਜ ਚੱਕਾ ਜਾਮ ਦੀ ਕਾਲ ਦਿੱਤੀ ਗਈ ਸੀ, ਚੱਕਾ ਜਾਮ ਵੀ ਹੋ ਨਿਬੜਿਆ। ਸ਼ਾਂਤੀਪੂਰਵਕ ਤਰੀਕੇ ਦੇ ਨਾਲ ਚੱਕਾ ਜਾਮ ਹੋਇਆ, ਕਿਸੇ ਵੀ ਤਰੀਕੇ ਦੀ ਕੋਈ ਹਿੰਸਾ ਦੀ ਖਬਰ ਨਹੀਂ ਸਾਹਮਣੇ ਆਈ ਕਿਉਂਕਿ ਜੋ 26 ਨੂੰ ਹੋਇਆ ਸੀ ਉਸ ਤੋਂ ਬਾਅਦ ਜ਼ਰੂਰ ਇਹ ਨਜ਼ਰਾਂ ਸੀਗੀਆਂ ਕਿ ਅੱਜ ਕੁਝ ਅਜਿਹਾ ਨਾ ਵਾਪਰ ਜਾਏ। ਹਾਲਾਂਕਿ ਇਸ ਦੇ ਉੱਤੇ ਸਾਰੀ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਭਾਜਪਾ ਦੇ ਸੀਨੀਅਰ ਲੀਡਰ ਆਰਪੀ ਸਿੰਘ ਹੁਣੀ ਮੌਜੂਦ ਨੇ। ਸਰ, ਸਵਾਗਤ ਹੈ ਤੁਹਾਡਾ ਟੀਵੀ ਪੰਜਾਬ ਦੇ ਉੱਤੇ ਜੀ। ਥੈਂਕ ਯੂ ਜੀ। 22 ਤਰੀਕ ਤੋਂ ਬਾਅਦ ਡੈਡਲੌਕ ਬਣਿਆ ਹੋਇਆ ਹੈ, ਕਿਸੇ ਵੀ ਤਰੀਕੇ ਦੀ ਕੋਈ ਗੱਲਬਾਤ ਨਹੀਂ ਹੋ ਰਹੀ। ਪ੍ਰਧਾਨ ਮੰਤਰੀ ਜ਼ਰੂਰ ਕਹਿ ਰਹੇ ਨੇ ਕਿ ਕਾਲ ਦੀ ਦੂਰੀ ਤੇ ਆ। ਕਿਸਾਨ ਆਗੂ ਕਹਿੰਦੇ ਨੇ ਇੱਕ ਉਹ ਨੰਬਰ ਦੱਸ ਦਿਓ ਜਿਸ ਦੇ ਉੱਤੇ ਕਾਲ ਕਰਨੀ ਹੈ ਤੇ ਉਹ ਦੂਰੀ ਵੀ ਜਿਹੜੀ ਹੈਗੀ ਹੈ ਖਤਮ ਕਰ ਦਿਓ ਕਿਉਂਕਿ ਬੈਰੀਕੇਡਿੰਗ ਰਸਤੇ ਦੇ ਵਿੱਚ ਬਹੁਤ ਕਰ ਦਿੱਤੀ ਹੈ। ਕਿਵੇਂ ਉਹ ਆਉਣਗੇ? ਉੱਥੇ ਕਿਸਾਨ ਆ ਰਹੇ ਨੇ, ਬਾਕੀ ਵੀ ਆ ਰਹੇ ਨੇ ਜਿੱਥੇ ਜਿੱਥੇ ਬੈਰੀਕੇਡਿੰਗ ਹੋਈ ਸੀ। ਬੈਰੀਕੇਡਿੰਗ ਕਿੱਥੇ ਸੀ? ਅੱਜ ਇਹ ਪ੍ਰੋਗਰਾਮ ਕਰਕੇ ਸਰਕਾਰ ਨੇ, ਕਿਉਂਕਿ ਜੋ 26 ਨੂੰ ਦੁਆਰਾ ਵਾਪਰੇ ਨਾ ਉਹਦੇ ਵਾਸਤੇ ਕੀਤੀ ਸੀ। ਔਰ ਨੰਬਰ ਸਾਰੇ ਕੋਲ ਹੈਗੇ ਨੇ। ਇਹ ਖਾਮਖਾਹ ਦੀ ਮਜ਼ਾਕ ਦੀ ਗੱਲ ਕਰਦੇ ਨੇ, ਐਵੇਂ ਆਪਣਾ ਮਜ਼ਾਕ ਨਾ ਉਡਾਣਾ, ਕਹਿ ਕੇ ਨੰਬਰ ਦੱਸ ਦਿਓ। ਗੱਲਬਾਤ ਕਰਦੇ ਨੇ, ਸਾਰੇ ਕੋਲ ਸਭ ਨੰਬਰ ਹੈਗੇ ਨੇ, ਸਾਰੀ ਗੱਲਬਾਤ ਹੋ ਰਹੀ ਹੈ। ਜਿਸ ਦਿਨ ਚਾਹਾਂਗੇ ਉਸ ਦਿਨ ਗੱਲਬਾਤ ਸ਼ੁਰੂ ਹੋ ਜਾਏਗੀ। ਇੱਕ ਫੋਨ ਕਰਨਗੇ ਕ੍ਰਿਸ਼ੀ ਮੰਤਰੀ ਜੀ ਨੂੰ, ਗੱਲ ਸ਼ੁਰੂ ਹੋ ਜਾਏਗੀ। ਪਰ ਮਨ ਉਹਨਾਂ ਦੇ ਉੱਤੇ, ਔਰ ਮੈਂ ਹਾਲੇ ਵੀ ਹੱਥ ਜੋੜ ਕੇ ਬੇਨਤੀ ਕਰਦਾ, ਅਲਟੀਮੇਟਲੀ ਰਸਤਾ ਗੱਲਬਾਤ ਤੋਂ ਨਿਕਲਣਾ ਹੈ। जैसे अकाल तख्त साहब ने भी कहा गलबात हो रस्ता कटो, जैसे अकाल तख्त साहब ने कहा एक कदम सरकार पीछे हो, एक कदम किसान पीछे हो और गलबात करके निकले। ਅਸੀਂ ਕਹਿੰਦੇ ਗੱਲਬਾਤ ਸੁਣੋ ਔਰ ਗੱਲਬਾਤ ਤੋਂ ਰਸਤਾ ਕੱਢੋ। ਆਰਪੀ ਸਿੰਘ ਜੀ, ਫਿਰ ਲੱਗਦਾ ਹੈ ਕਿ ਤੁਸੀਂ ਕਿਹਾ ਜਿਸ ਤਰੀਕੇ ਨਾਲ ਇਹ ਬੈਰੀਕੇਡਿੰਗ ਚੱਕਾ ਜਾਮ ਕਰਕੇ ਕੀਤੀ ਸੀਗੀ ਤਾਂ ਹੁਣ ਫਿਰ ਚੱਕਾ ਜਾਮ ਦੀ ਕਾਲ ਖਤਮ ਹੋ ਗਈ, ਫਿਰ ਬੈਰੀਕੇਡਿੰਗ ਵੀ ਖਤਮ ਹੋ ਜਾਵੇਗੀ। ਮੇਰੇ ਖਿਆਲ ਉਹ ਵੀ ਹੋ ਜਾਏਗੀ ਗੱਲ, ਬੈਰੀਕੇਡਿੰਗ ਦਾ ਇਸ਼ੂ ਨਹੀਂ ਹੈ। ਗੱਲ ਹੈ ਕਿ ਗੱਲਬਾਤ ਕਰਨ, ਜਿਹੜਾ ਕੋਈ 26 ਜਨਵਰੀ ਜੋ ਵਾਪਰ ਗਿਆ ਉਹ ਮੰਦਭਾਗਾ ਸੀ, ਉਹ ਨਹੀਂ ਹੋਣਾ ਚਾਹੀਦਾ ਸੀ। ਉਹਦਾ ਨੁਕਸਾਨ ਕਿਸਾਨੀ ਅੰਦੋਲਨ ਨੂੰ ਵੀ ਹੋਇਆ, ਉਹਦਾ ਨੁਕਸਾਨ ਪੰਜਾਬ ਨੂੰ ਹੋਇਆ, ਉਹਦਾ ਨੁਕਸਾਨ ਸਿੱਖਾਂ ਨੂੰ ਵੀ ਹੋਇਆ। ਉਹ ਬੜੀ ਮਾੜੀ ਗੱਲ ਹੋਈ। ਉਹਦੇ ਪਿੱਛੇ ਜੋ ਲੋਕੀ ਨੇ ਹੌਲੀ ਹੌਲੀ ਕਰਕੇ ਸਾਰਾ ਐਕਸਪੋਜ਼ ਹੋ ਰਿਹਾ ਮਾਮਲਾ। ਪਰ ਸਰਕਾਰ ਨਹੀਂ ਚਾਹੁੰਦੀ ਕਿ ਵਾਪਸ ਹੋ ਜੇ ਕੋਈ ਗੱਲ ਵਾਪਰੇ। ਔਰ ਕਿਧਰੇ ਕਿਸਾਨੀ ਜਿਹੜੀ ਪੂਰਾ ਲੀਡਰਸ਼ਿਪ ਹੈ ਜਾਂ ਜਿਹੜੇ ਬਾਕੀ ਲੋਕੀ ਉਹਨਾਂ ਨੂੰ ਉਹ ਫਿਰ ਜਵਾਬ ਦਿੰਦੇ ਫਿਰਨਗੇ ਕਿ ਸਾਡਾ ਲੈਣਾ ਦੇਣਾ ਨਹੀਂ, ਅਸੀਂ ਕੁਝ ਕੀਤਾ ਨਹੀਂ। ਔਰ ਜਦ ਕਰਾਰਨਾਮਾ ਕਰਦੇ ਤਾਂ ਸਾਈਨ ਕਰਦੇ ਨੇ ਕਿ ਅਸੀਂ ਸ਼ਰਤਾਂ ਮੰਨਦੇ ਹਾਂ, ਫਿਰ ਉਹ ਸ਼ਰਤਾਂ ਜੋ ਜਦ ਗੜਬੜ ਹੋ ਜਾਂਦੀ ਹੈ ਫਿਰ ਸਾਡਾ ਲੈਣਾ ਦੇਣਾ ਨਹੀਂ। ਤੇ ਇਸ ਕਰਕੇ ਸਰਕਾਰ ਚਿੰਤਾ ਕਰੇ ਕਿ ਉਹ ਦੁਬਾਰਾ ਨਾ ਵਾਪਰੇ। ਪਰ ਕੀ ਲੱਗਦਾ ਹੁਣ ਗੱਲਬਾਤ ਫਿਰ ਕਿਵੇਂ ਅੱਗੇ ਤਣਪਤਨ ਕਿਵੇਂ ਲੱਗੂਗੀ, ਕਿਵੇਂ ਸ਼ੁਰੂ ਹੋਊਗੀ? ਕਿਉਂਕਿ ਨਰਿੰਦਰ ਤੋਮਰ ਹੋਣੀ ਤਾਂ ਕੱਲ ਵੀ ਬਿਆਨ ਦੇ ਚੁੱਕੇ ਨੇ। ਕੱਲ ਵੀ ਉਹਨਾਂ ਨੇ ਜਿਹੜਾ ਹੈ ਰਾਜ ਸਭਾ ਦੇ ਵਿੱਚ ਇਹ ਬਿਆਨ ਦਿੱਤਾ ਹੈ ਕਿ ਇਹ ਖੇਤੀ ਕਾਨੂੰਨ ਬਿਲਕੁਲ ਸਹੀ ਹੈਗੇ ਨੇ। ਇਹਨਾਂ ਦੇ ਵਿੱਚ ਜੇ ਸੋਧਾਂ ਹੋ ਰਹੀਆਂ ਇਸ ਦਾ ਮਤਲਬ ਇਹ ਨਹੀਂ ਕਿ ਇਹ ਖੇਤੀ ਕਾਨੂੰਨਾਂ ਦੇ ਵਿੱਚ ਕੁਝ ਗਲਤ ਹੈਗਾ। ਇਹ ਖੇਤੀ ਕਾਨੂੰਨ ਕਾਲੇ ਨੇ ਤਾਂ ਇਹ ਵੀ ਉਹਨਾਂ ਨੇ ਸਵਾਲ ਪੁੱਛਿਆ ਹੈਗਾ। ਲਗਾਤਾਰ ਇਹ ਵੀ ਬਿਆਨ ਆ ਰਹੇ ਨੇ। ਫਿਰ ਇੱਕ ਪਾਸੇ ਕਹਿੰਦੇ ਨੇ ਕਿ ਅਸੀਂ ਗੱਲਬਾਤ ਕਰਨ ਲਈ ਤਿਆਰ ਹੈਗੇ। ਨਹੀਂ, ਗੱਲਬਾਤ ਤੇ ਹੋਣੀ ਹੈ ਜੀ। ਕੱਲ ਪਾਰਲੀਮੈਂਟ ਸਭ ਦੇ ਸਾਹਮਣੇ ਪੁੱਛ ਲਿਆ ਜੀ, ਜਿਹੜੇ ਇਹਨਾਂ ਦੇ ਹਮਾਇਤੀ ਬੰਦੇ ਨੇ ਉਹਨਾਂ ਕੋਲ ਪੁੱਛ ਲਿਆ ਵੀ ਦੱਸੋ ਕਾਨੂੰਨ ਵਿੱਚ ਕਿਹੜੀ ਗੱਲ ਮਾੜੀ ਹੈ। ਕੰਟਰੈਕਟ ਫਾਰਮਿੰਗ ਦੀ ਗੱਲ ਕਰਦੇ ਨੇ, ਜਿਹੜਾ ਪੰਜਾਬ ਸਰਕਾਰ ਦਾ ਜਾਂ ਬਾਕੀ ਸਰਕਾਰਾਂ ਜਿਹੜਾ ਕੰਟਰੈਕਟ ਫਾਰਮਿੰਗ ਦਾ ਜਿਹੜਾ ਕਾਨੂੰਨ ਹੈ ਉਹ ਪੜ੍ਹ ਲੈਣਾ ਚਾਹੀਦਾ ਜੀ। ਉਹ ਕੀਤਾ ਠੇਕੇਦਾਰਾਂ ਦੇ ਹੱਕ 'ਚ, ਅਸੀਂ ਉਲਟਾ ਕਰਤਾ, ਉਹ ਕਰਤਾ ਕਿਸਾਨਾਂ ਦੇ ਹੱਕ 'ਚ। ਤੇ ਅਸੀਂ ਹੋ ਗਏ ਮਾੜੇ, ਜਿਹੜਾ ਕੀਤਾ ਠੇਕੇਦਾਰ ਉਹ ਠੀਕ ਨੇ। ਓਪਨਲੀ ਕਿਹਾ ਵੀ ਦੱਸੋ ਕੀ ਮਾੜੀ ਗੱਲ ਹੈ। ਇਹ ਕਿਸਾਨਾਂ ਨੂੰ ਕਹਿ ਰਹੇ ਆ। ਫਿਰ ਵੀ ਤੁਹਾਨੂੰ ਲੱਗਦਾ ਵੀ ਕੋਈ ਚਿੰਤਾ ਕਰਨ ਦੀ ਲੋੜ ਹੈ? MSP ਦੀ ਗੱਲ ਕਰਨ ਨੂੰ ਤਿਆਰ ਹਾਂ ਅਸੀਂ ਕਾਨੂੰਨ ਵਿੱਚ ਅਮੈਂਡਮੈਂਟ ਹੋਰ ਜਿਹੜੀ ਹੈਗੀ ਹੈ ਵੀ SGM ਕੋਰਟ ਤੋਂ ਅਗਲੀ ਕੋਰਟ ਵਿੱਚ ਜਾਣਾ ਚਾਹੀਏ, ਫਾਸਟ ਟਰੈਕ ਕੋਰਟ ਵਿੱਚ ਅਸੀਂ ਉਹ ਇਸ਼ੂ ਲਿਆਉਣ ਨੂੰ ਤਿਆਰ ਹਾਂ ਕਿ SGM ਕੋਰਟ ਤੋਂ ਅਗਲੀ ਕੋਰਟ ਵਿੱਚ ਜਾ ਕੇ ਉਹ ਵੀ ਫਾਸਟ ਟਰੈਕ ਕੋਰਟ ਵਿੱਚ ਲੈ ਜਾਈਏ, ਉਹਦੇ ਵੀ ਚਿੰਤਾ ਕਰਨ ਨੂੰ ਤਿਆਰ ਹਾਂ। ਨਵੀਂ ਮੰਡੀਆਂ ਤੇ ਪੁਰਾਣੀ ਮੰਡੀਆਂ ਤੇ ਬਰਾਬਰ ਟੈਕਸ ਸਰਕਾਰਾਂ ਲਾ ਦੇਣ, ਇਹਦੇ ਅਸੀਂ ਵੀ ਰਾਜੀ ਹਾਂ ਤਾਂ ਕਿ ਸਰਕਾਰਾਂ ਦਾ ਰੈਵਨਿਊ ਨਾ ਖਰਾਬ ਹੋਏ ਔਰ ਕਿਧਰੇ ਲੈਵਲ ਪਲੇਇੰਗ ਫੀਲਡ ਵੀ ਬਣਿਆ ਰਹੇ। ਇਹ ਵੀ ਕਹਿਣ ਨੂੰ ਚਾਹ ਰਿਹਾ ਵੀ ਜ਼ਮੀਨ ਕਿਸੇ ਕਿਸਾਨ ਦੀ ਕੋਈ ਜ਼ਮੀਨ ਨਹੀਂ ਜਾਏਗੀ, ਇਹ ਵੀ ਗੱਲ ਲਿਖਤ ਹੈ। ਪਰ ਅਗਰ ਭੁਲੇਖੇ ਦੇ ਆਧਾਰ ਤੇ ਕੋਈ ਚੀਜ਼ ਚਲਾਣੀ ਹੈ ਚਲਦੀ ਰਹੇਗੀ ਕਦ ਤੱਕ? ਆਰਪੀ ਸਿੰਘ ਜੀ, 11 ਬੈਠਕਾਂ ਹੋ ਗਈਆਂ। 11 ਬੈਠਕਾਂ ਦੇ ਵਿੱਚ ਹਰ ਵਾਰ ਇਹੀ ਚਰਚਾ ਹੁੰਦੀ ਸੀ ਕਿ ਕੀ ਖੇਤੀ ਕਾਨੂੰਨਾਂ ਦੇ ਵਿੱਚ ਨੁਕਸਾਨ ਹੈਗੇ ਨੇ, ਕੀ ਪ੍ਰੋਬਲਮਸ ਹੈ। ਉਹ ਕਿਸਾਨ ਕਹਿੰਦੇ ਅਸੀਂ ਬਹੁਤ ਵਾਰ ਸਮਝਾ ਚੁੱਕੇ ਹਾਂ, ਜਿਸ ਦਾ ਜਵਾਬ ਵੀ ਸ਼ਾਇਦ ਕਹਿੰਦੇ ਕਿ ਇਹਨਾਂ ਖੇਤੀਬਾੜੀ ਮੰਤਰੀਆਂ ਦੇ ਕੋਲ ਜਾਂ ਉੱਚ ਅਫਸਰਾਂ ਕੋਲ ਨਹੀਂ ਹੁੰਦਾ ਸੀਗਾ। ਹਾਲਾਂਕਿ ਉਸ ਤੋਂ ਬਾਅਦ ਹੀ ਇਹ ਡੈਡਲੌਕ ਬਣਿਆ। ਉਸ ਤੋਂ ਬਾਅਦ ਹੀ ਫਿਰ ਇਹ ਜਿਹੜਾ ਪ੍ਰਸਤਾਵ ਹੈਗਾ 1.5 ਸਾਲ ਦਾ ਹੋਲਡ ਕਰਨ ਦਾ ਸਰਕਾਰ ਦੇ ਵੱਲੋਂ ਦਿੱਤਾ ਗਿਆ। ਕਹਿੰਦੇ ਜਦੋਂ ਅਸੀਂ ਬਾਰ-ਬਾਰ ਸਮਝਾ ਚੁੱਕੇ ਹਾਂ ਤੇ ਹੁਣ ਦੁਬਾਰਾ ਫਿਰ ਅਸੀਂ ਕੀ ਸਮਝਾਵਾਂਗੇ?
ਉਹਨਾਂ ਦੇ ਆਗੂ ਬੈਠੇ ਨਾ ਜੀ ਜਿਹੜਾ ਨੂੰ ਹੁਣ ਤੇ ਸਾਰਿਆਂ ਨੂੰ ਬੁਲਾ ਰਹੇ ਨੇ ਆਪਣੀ ਸਟੇਜ ਤੇ ਬੁਲਾ ਰਹੇ ਨੇ ਸਾਰੇ। ਉਹ ਦਪਿੰਦਰ ਹੁੱਡਾ ਵੀ ਆਇਆ ਸੀ, ਉਹ ਪਾਰਲੀਮੈਂਟ ਵਿੱਚ ਵੀ ਹੈਗੇ ਨੇ, ਹੋਰ ਵੀ ਆਗੂ ਆਏ ਸਨ, ਸੰਜੇ ਸਿੰਘ ਵੀ ਆਇਆ ਸੀ, ਉਹ ਪਾਰਲੀਮੈਂਟ ਵਿੱਚ ਹੈ। ਤੇ ਉਹਨਾਂ ਨੂੰ ਸਮਝਾ ਦਿਓ, ਉਹਨੂੰ ਪਾਰਲੀਮੈਂਟ ਵਿੱਚ ਦੱਸ ਦੇਣ ਕੀ ਖਰਾਬੀ ਹੈ ਜੀ। ਕਹਿੰਦੇ ਉਹ ਸੰਯੁਕਤ ਕਿਸਾਨ ਮੋਰਚੇ ਦਾ ਕਾਲ ਨਹੀਂ ਹੈ, ਉਹ ਰਾਕੇਸ਼ ਟਕੈਤ ਦੇ ਆਪਣੇ ਬਿਹਾਫ ਦੇ ਉੱਤੇ ਜਾ ਰਹੇ ਨੇ। ਮਰਜ਼ੀ ਬਿਹਾਫ ਤੇ ਆ ਜੀ, ਇਹ ਤੇ ਬੜਾ ਮਜ਼ੇਦਾਰ ਗੱਲ ਹੈ ਜੀ। ਜਦ ਲੋੜ ਪਏ ਅਸੀਂ ਇਕੱਠੇ ਹਾਂ, ਜਦ ਲੋੜ ਪਏ ਉਹ ਅੱਡ ਤੇ ਅਸੀਂ ਦੋ ਬਾਹਰ ਕਰਤੇ ਦੋ ਅੰਦਰ ਕਰ ਲਈ, ਇਹ ਨਹੀਂ ਚੱਲ ਸਕਦਾ। ਇਹ ਮਖੌਲ ਨਾ ਕਰੋ, ਆਪਣਾ ਹਾਸਾ ਨਾ ਉਡਾਓ। ਰਾਕੇਸ਼ ਟਕੈਤ ਨੇ ਬੁਲਾਏ ਉੱਥੇ, ਜਾਂ ਤਾਂ ਬਲਬੀਰ ਸਿੰਘ ਰਾਜੇਵਾਲ ਉਹਨਾਂ ਨਾਲ ਮਨ ਸ਼ੇਅਰ ਨਹੀਂ ਕਰਦੇ। ਰਾਜੇਵਾਲ ਸਾਹਿਬ ਮਨ ਸ਼ੇਅਰ ਕਰਦੇ ਨੇ, ਮਾਂ ਪੰਚਾਇਤ ਜਾਂਦੇ ਨੇ, ਤੇ ਰਾਜੇਵਾਲ ਸਾਹਿਬ ਹੈਗੇ ਨੇ ਇਹਨਾਂ ਦੇ ਸੰਯੁਕਤ ਮੋਰਚੇ 'ਚ ਹੈਗੇ ਨਹੀਂ ਹੈਗੇ। ਇਹ ਤਰੀਕਾ ਨਹੀਂ ਕਿ ਜਿੱਦਾਂ ਸੂਟੇਬਿਲਿਟੀ ਸੂਟ ਕਰੇਗਾ ਉਦਾਂ ਆਪਾਂ ਗੱਲ ਕਰ ਲਾਂਗੇ। ਕਿਰਪਾ ਕਰਕੇ ਜਿਹੜੇ ਲੀਡਰਾਂ ਨੂੰ ਤੁਸੀਂ ਆਪਣੇ ਸਟੇਜ ਤੇ ਬੁਲਾ ਰਹੇ ਹੋ, ਸੰਜੇ ਸਿੰਘ ਹੋਏ, ਉਹ ਬੇਸ਼ੱਕ ਉਹ ਦਪਿੰਦਰ ਹੁੱਡਾ ਹੋਏ, ਜਾਂ ਹੋਰ ਜਿਹਨੂੰ ਬੁਲਾ ਰਹੇ ਨੇ, ਉਹਨਾਂ ਨੂੰ ਦੱਸ ਦਿਓ ਵੀ ਕੀ ਹੈਗਾ। ਜਿਹੜੀ ਤੁਸੀਂ ਸਰਕਾਰ ਨੂੰ ਗੱਲ ਉਹਨੂੰ ਦੱਸ ਦਿਓ। ਉਹ ਪਾਰਲੀਮੈਂਟ 'ਚ ਸਾਰੀ ਦੁਨੀਆ ਵੇਖਦੀ, ਪਾਰਲੀਮੈਂਟ ਤੇ ਲਾਈਵ ਚੱਲਦਾ ਹੈ, ਉੱਥੇ ਗੱਲ ਖੁੱਲ ਜਾਏਗੀ। ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਬਿਆਨ ਦਿੱਤੇ ਹੈਗੇ ਨੇ, ਭੁੰਦਰ ਸਾਹਿਬ ਉਹਨਾਂ ਨੇ ਬਿਆਨ ਦਿੱਤੇ ਨੇ, ਸੁਖਦੇਵ ਸਿੰਘ ਢੀਂਡਸਾ ਉਹਨਾਂ ਨੇ ਬਿਆਨ ਦਿੱਤੇ ਨੇ, ਤਾਂ ਉਹਨਾਂ ਨੇ ਜ਼ਿਕਰ ਕੀਤਾ ਕਿ ਕੀ ਕਮੀਆਂ ਜਿਹੜੀਆਂ ਹੈਗੀਆਂ ਨੇ। ਮੈਂ ਮਾਫੀ ਚਾਹਾਂਗਾ, ਬੜਾ ਕਲੀਅਰਲੀ ਕਹਿ ਰਹੇ ਜੀ, ਕਲੌਜ਼ ਬਾਈ ਕਲੌਜ਼ ਦੱਸਣ ਕਿ ਕਿੱਥੇ ਕੀ ਦਿੱਕਤ ਹੈ। ਮੈਂ ਹੁਣ ਦੱਸਦਾ ਕਿ MSP ਸਰਕਾਰ ਲਿਖਤ ਦੇਣ ਨੂੰ ਚਾਹ ਰਹੀ ਕਿ MSP ਰਹੇਗੀ, ਲਿਖਤ ਦੇਣ ਨੂੰ ਚਾਹ ਰਹੀ ਸਰਕਾਰ। ਇਹ ਕਹਿਣ ਨੂੰ ਚਾਹ ਰਹੀ ਕਿ ਤੁਸੀਂ ਨਵੀਂ ਮੰਡੀਆਂ ਦੇ ਤੇ ਪੁਰਾਣੀ ਮੰਡੀਆਂ ਦਾ ਬਰਾਬਰ ਟੈਕਸ ਡਾਲੋ, ਤਾਂ ਕਿ ਇਹ ਕੋਈ ਨਵੀਂ ਮੰਡੀਆਂ ਨੂੰ ਫਾਇਦਾ ਨਾ ਮਿਲੇ, ਐਡਵਾਂਟੇਜ ਨਾ ਮਿਲੇ। ਤੁਹਾਨੂੰ ਇਹ ਲੱਗਦਾ ਪੁਰਾਣੀ ਮੰਡੀਆਂ ਤੁਹਾਡੀ ਟਹਿ ਜਾਣਗੇ, ਇਸ ਕਰਕੇ ਨਵੀਂ ਮੰਡੀਆਂ ਦਾ ਟੈਕਸ ਲਾ ਲਓ। ਇਹ ਵੀ ਕਹਿਤਾ ਜਿਹੜਾ ਕੰਟਰੈਕਟ ਫਾਰਮਿੰਗ ਕਰੇਗਾ ਉਹਦੀ ਪੂਰੀ ਡਿਟੇਲਿੰਗ ਇਕੱਠੀ ਹੋ ਕੇ ਤਦ ਕਰ ਪਾਏਗਾ, ਉਹ ਆਪਣੀ ਪੂਰੀ ਜਾਣਕਾਰੀ ਦੇਗਾ ਤਦ ਕਰ ਪਾਏਗਾ, ਨਹੀਂ ਤਾਂ ਸਿਰਫ ਪਹਿਲੇ ਆਧਾਰ ਕਾਰਡ ਤੇ ਬੇਸ ਤੇ ਨਹੀਂ ਹੋ ਪਾਏਗੀ। ਇਹ ਵੀ ਕਹਿਤਾ ਵੀ ਅਗਰ ਕਾਨੂੰਨ ਤੁਸੀਂ SDM ਕੋਰਟ ਤੋਂ ਅਗਲੇ ਕੋਰਟ ਤੇ ਜਾਓਗੇ, ਉੱਥੇ ਹਾਈ ਕੋਰਟ ਚਲੇ ਜਾਓ, ਉਹਦੇ ਵੀ ਫਾਸਟ ਟਰੈਕ ਕੋਰਟ ਲਾਤਾ ਕਿ ਇੱਕ ਸਾਰੀ ਫੈਸਲਾ ਹੋਵੇ। ਇਹ ਨਹੀਂ 5 ਸਾਲ 10 ਸਾਲ ਲੜਕੇ ਉਹ ਤਾਂ ਸਰਕਾਰ ਉਹਨੇ ਪਕਸ਼ ਕਰਨ ਚਾਹ ਰਹੀ, ਅਮੈਂਡਮੈਂਟ ਸਰਕਾਰ ਕਰਨ ਚਾਹ ਰਹੀ ਜੀ। ਪਰ ਹੁਣ ਉਹਦੇ ਬਾਵਜੂਦ ਹੀ ਇੱਥੋਂ ਅੱਗੇ ਕੋਈ ਗੱਲ ਹੋਏ ਦੱਸਣ ਜੀ, ਇਹ ਵੀ ਇਹ ਕਮੀ ਇਸ ਤੋਂ ਬਾਅਦ ਇਸੀ ਗੱਲ ਨੂੰ ਬਾਹਰ ਕੁਝ ਕਰਨ ਨੂੰ ਤਿਆਰ ਹੈਗੀ ਹੈ ਤਾਂ ਫਿਰ ਰੱਦ ਕਿਉਂ ਨਹੀਂ ਕਰ ਦਿੰਦੀ ਹੈਗੀ? ਕਿਉਂਕਿ ਕਿਸਾਨਾਂ ਦਾ ਉਸ ਇਹੀ ਗੱਲ ਹੈਗੀ, ਕਹਿੰਦੇ ਕਿ ਫਿਰ ਰੱਦ ਕਿਉਂ ਨਹੀਂ ਕਰ ਦਿੰਦੇ? ਕਹਿੰਦੇ ਸਾਡੀ ਗੱਲ ਮੰਨ ਲਓ, ਸਾਨੂੰ ਰੱਦ ਕਰਕੇ ਵਾਪਸ ਭੇਜ ਦਿਓ, ਅਸੀਂ ਵੀ ਕਹਿੰਦੇ ਇੱਥੇ ਬੈਠੇ ਹਾਂ। ਇਹ ਜਿਹੜੀਆਂ ਗੱਲਾਂ ਦੱਸੀਆਂ ਕਾਨੂੰਨ ਦੇ ਦਾਇਰੇ 'ਚ ਨਹੀਂ ਹੈਗੀ ਜੀ, ਔਰ ਕਿਸਾਨ ਲੀਡਰ ਵੀ ਜਿਹੜੀ ਗੱਲਾਂ 'ਚ ਗਏ ਕਾਨੂੰਨ ਦੇ ਦਾਇਰੇ 'ਚ ਗੱਲਾਂ ਨਹੀਂ ਹੈਗੀਆਂ ਜੀ। MSP ਸਰਕਾਰ ਐਸ਼ੋਰੈਂਸ ਹੋਣੇ ਕਿ ਅਸੀਂ MSP ਨੇ ਡਾਂਗੇ, ਇਹ ਕਾਨੂੰਨ ਦੇ ਦਾਇਰੇ 'ਚ ਨਹੀਂ ਹੈਗੀ ਜੀ ਗੱਲ। ਮੇਰੀ ਬੇਨਤੀ ਸੁਣੋ, ਜਦ ਯਾਦ ਹੈ CA ਆਇਆ ਸੀ ਕਿ ਤੁਹਾਡੀ ਇੱਥੇ ਦੀ ਸਿਟੀਜ਼ਨਸ਼ਿਪ ਲੈ ਲਾਂਗੇ। ਅਸੀਂ ਆਇਆ ਕਿੰਨੀ ਦੇਰ ਹੋ ਗਈ, ਕਿਸੇ ਇੱਕ ਦੱਸ ਦਿਓ ਕਿਸੇ ਇੱਕ ਮੁਸਲਮਾਨ ਦੀ ਸਿਟੀਜ਼ਨਸ਼ਿਪ ਹਿੰਦੁਸਤਾਨ ਤੋਂ ਗਈ ਹੋਏ, ਪਰ ਭੁਲੇਖਾ ਪਾਤਾ, ਲੋਕਾਂ ਨੇ ਭੁਲੇਖਾ ਮੰਨ ਲਿਆ ਕਿ ਸਾਡੇ ਕੋਲ ਤੇ ਕਾਗਜ਼ ਨਹੀਂ ਹੈਗੇ, ਮੇਰੇ ਕੋਲ ਤੇ ਕਾਗਜ਼ ਨਹੀਂ ਹੈ। ਬੜੇ ਇਹ ਜੋਗਿੰਦਰ ਯਾਦਵ ਕਹਿੰਦਾ ਕਿ ਮੇਰੇ ਪਾਸ ਕਾਗਜ਼ ਨਹੀਂ ਹੈ, ਅੱਜ ਜੋਗਿੰਦਰ ਯਾਦਵ ਕਹਿੰਦਾ ਮੇਰੀ ਜ਼ਮੀਨ ਖੋਲੀ ਜਾਏਗੀ। ਨਾ ਤੂੰ ਕਿਸਾਨ ਨਾ ਤੂੰ ਮੁਸਲਮਾਨ, ਪਰ ਕਿਉਂਕਿ ਆਪਾਂ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ ਬੰਦੂਕ ਚੱਕਣੀ ਹੈ, ਚੱਕੀ ਜਾਓ। ਪਰ ਐਕਸਪੋਜ਼ ਹੋ ਰਹੇ ਨੇ ਆਸਤਾ। ਤਾਂ ਮੈਂ ਹਾਲੇ ਵੀ ਚਾਹਾਂਗਾ ਕਿ ਗੱਲਬਾਤ ਕਰਨ, ਜਦ ਅਕਾਲ ਤਖਤ ਸਾਹਿਬ ਦੀ ਗੱਲ ਮੰਨ ਲੈਣ, ਉਹ ਵੀ ਕਹਿੰਦੇ ਨੇ ਗੱਲਬਾਤ ਕਰੋ, ਇੱਕ ਕਦਮ ਕਿਸਾਨ ਪਿੱਛੇ ਹਟ ਜਾਣ, ਗੱਲ ਹੋ ਜਾਏਗੀ ਜੀ। ਸਰਕਾਰ ਤੇ ਹਟੀ ਗਈ, ਕਹਿੰਦੀ 18 ਮਹੀਨੇ ਤੱਕ ਅਸੀਂ ਲਾਗੂ ਨਹੀਂ ਕਰਾਂਗੇ ਜੀ। ਸਰਕਾਰ ਹਟ ਗਈ, ਤੁਸੀਂ ਇੱਕਦਮ ਤੁਸੀਂ ਪਿੱਛੇ ਹਟ ਕੇ ਸੋਚੋ ਵੀ ਕੀ ਆਪਾਂ ਕਰ ਸਕਦੇ ਹਾਂ। ਅੰਦੋਲਨ ਹੁੰਦਾ ਕਿ 10 ਚੀਜ਼ਾਂ ਲੈ ਕੇ ਜਾਂਦੇ, 8 ਚੀਜ਼ਾਂ ਮੰਨ ਜਾਂਦੇ, ਅਸੀਂ ਵਾਪਸ ਆ ਜਾਂਦੇ ਹਾਂ, ਅਗਲੀ ਵਾਰ ਫਿਰ 10 ਚੀਜ਼ਾਂ ਲੈ ਜਾਂਦੇ ਹੋ ਜੀ। 8 ਸਰਕਾਰ ਮੂਡ ਦੇ ਵਿੱਚ ਹੈਗੀ ਹੈ ਅੰਦੋਲਨ ਖਤਮ ਕਰਨ ਨੂੰ, ਗੱਲਬਾਤ ਕਰਨ ਦੇ ਲਈ ਤਿਆਰ ਹੈਗੀ। ਬਿਲਕੁਲ, ਪ੍ਰਧਾਨ ਮੰਤਰੀ ਮੋਦੀ ਜੀ ਕਹਿ ਚੁੱਕੇ ਅਸੀਂ ਗੱਲਬਾਤ ਕਰਨ ਨੂੰ ਤਿਆਰ ਹਾਂ, ਜਰੂਰ ਆਓ ਜੀ, ਸਦਕੇ ਆਓ, ਗੱਲ ਕਰਾਂਗੇ, ਇੱਕ ਫੋਨ ਕਰੋ, ਅਗਲੀ ਮੀਟਿੰਗ ਸ਼ੁਰੂ ਕਰ ਲਓ ਜੀ। ਪਰ ਜੋ 26 ਜਨਵਰੀ ਵਾਪਰਿਆ ਉਹ ਮਾੜਾ ਵਾਪਰਿਆ, ਉਹ ਨਹੀਂ ਵਾਪਰਨਾ ਚਾਹੀਦਾ ਸੀ। ਔਰ ਕਿਸਾਨੀ ਲੀਡਰਸ ਨੂੰ ਉਹਦੀ ਓਨਰਸ਼ਿਪ ਲੈਣੀ ਪਏਗੀ। ਉਹ ਇੱਕ ਦੂਜੇ ਤੋਂ ਉਂਗਲਾਂ ਨਹੀਂ ਚੱਕ ਸਕਦੇ ਜੀ। ਉਹ ਇਹ ਨਹੀਂ ਕਹਿ ਸਕਦੇ ਕਿ ਦੀਪ ਸਿੱਧੂ BJP ਦਾ, ਇਹ ਵੀ ਬੜੀ ਵੱਡੀ ਗੱਲ, ਦੀਪ ਸਿੱਧੂ BJP ਦਾ ਆਦਮੀ। ਉਹ ਦੀਪ ਸਿੱਧੂ ਦੇ ਖਿਲਾਫ ਜਦ NIA ਦਾ ਨੋਟਿਸ ਇਸ਼ੂ ਹੋਇਆ ਸੀ, ਵਿਟਨੈਸ ਕਰਕੇ ਬੁਲਾਨ ਕਰਕੇ, ਕਲੀਅਰ ਕਰ ਦੇਣ ਦੀਪ ਸਿੱਧੂ ਅਰੈਸਟ ਕਿਉਂ ਨਹੀਂ ਹੁੰਦਾ? ਇੱਕ ਮਿੰਟ ਸਰ, ਇੱਕ ਮਿੰਟ ਪਲੀਜ਼। NIA ਦਾ ਨੋਟਿਸ ਇਸ਼ੂ ਹੋਇਆ ਸੀ ਦੀਪ ਸਿੱਧੂ ਨੂੰ 16 ਜਨਵਰੀ ਨੂੰ। ਇਹ ਸਾਰੇ ਖੜੇ ਹੋ ਗਏ ਸਨ ਕਹਿਣ ਵਾਸਤੇ ਕਿ ਦੀਪ ਸਿੱਧੂ ਅੰਗਰੇਜ਼ੀ ਵਾਲਾ ਕਿਸਾਨ ਹੈ। ਕਿਸਾਨ ਅੰਗਰੇਜ਼ੀ ਕਿਉਂ ਨਹੀਂ ਯਾਦ ਹੈ? ਕਿਸਾਨ ਅੰਗਰੇਜ਼ੀ ਕਿਉਂ ਨਹੀਂ ਬੋਲ ਸਕਦਾ? ਕਿਹਨੇ ਕਿਹਾ ਸੀ? ਇਹਨਾਂ ਨੇ ਕਿਹਾ ਸੀ ਸਾਰਿਆਂ ਨੇ। ਦੀਪ ਸਿੱਧੂ ਦੇ ਪੱਖ 'ਚ ਖੜੇ ਹੋ ਗਏ ਸਨ। ਸੁਰਜੇਵਾਲਾ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਇਹ ਕਹਿਣ ਵਾਸਤੇ ਕਿ ਨਹੀਂ ਇਹ ਤੁਸੀਂ NIA ਨੂੰ ਯੂਜ਼ ਕਰ ਰਹੇ ਹੋ, ਮਿਸਯੂਜ਼ ਕਰ ਰਹੇ ਹੋ, ਤਾਂ ਤੇ ਪ੍ਰੈਸ ਕਾਨਫਰੰਸ ਕਰੋ। ਅੱਜ ਦੱਸਣ ਮੈਨੂੰ ਸੁਰਜੇਵਾਲਾ ਸਾਹਿਬ ਦੀਪ ਸਿੱਧੂ ਕੋਲ ਕਿੰਨੇ ਪੈਸੇ ਲਿੱਤੇ ਸਨ, ਸਿੱਖ ਫॉर ਜਸਟਿਸ ਕੋਲ, ਪੋਲਿਟਿਕ ਫॉर ਜਸਟਿਸ ਕੋਲ ਕਿੰਨੇ ਪੈਸੇ ਆਏ ਸਨ ਉਹਦੀ ਪੈਰਾਗੋਰੀ ਕਰਨ ਵਾਸਤੇ। ਇਹ ਗਲਤ ਹੈ। ਅਮਰੀਕ ਸਿੰਘ ਮਿੱਕੀ ਕੌਣ ਹੈ? ਉਹ ਵੀ ਸਾਡਾ ਆਦਮੀ ਹੈ। ਅੱਛਾ, ਅਗਰ ਸਾਡੇ ਛੜੰਤਰ ਸਾੜੇ ਸਨ ਤੇ ਫਿਰ ਪੰਜਾਬ ਸਰਕਾਰ 70 ਵਕੀਲ ਕਿਹਦੇ ਸਾਡੇ ਲੋਕਾਂ ਨੂੰ ਛੋੜਨ ਸੇ ਭੇਜ ਰਹੀ ਹੈ ਕਿਆ? ਅਕਾਲੀ ਦਲ ਸਾਡੇ ਲੋਕਾਂ ਨੂੰ ਛੋੜਨ ਸੇ ਵਕੀਲ ਖੜੇ ਕਰ ਰਹੀ ਹੈ ਕਿਆ? ਕਿੰਨਾ ਫਰੇਬ ਕਰੋਗੇ? ਕਿੰਨਾ ਫਰੇਬ ਕਰਦੇ, ਨੰਗਾ ਫਰੇਬ ਕਰਦੇ ਫੜੇ ਜਾਓਗੇ। ਦੀਪ ਸਿੱਧੂ ਦੀ ਸਵਾਲ ਹੈ, ਦੀਪ ਸਿੱਧੂ ਦਾ ਤੁਸੀਂ ਜ਼ਿਕਰ ਕੀਤਾ, ਕਹਿੰਦੇ ਕਿ ਦਿੱਲੀ ਪੁਲਿਸ ਨੂੰ ਤਾਂ ਪਤਾ ਹੁੰਦਾ ਕਿੱਥੇ ਹਿਲ ਰਿਹਾ, ਕੀ ਹੋ ਰਿਹਾ ਹੈ। 26 ਜਨਵਰੀ ਦੀ ਖਾਸ ਤੌਰ ਤੇ ਗੱਲ ਸੀਗੀ, ਕਹਿੰਦੇ ਉਹ ਵੀ ਪਰਿੰਦਾ ਜਿੱਥੇ ਪਰ ਨਹੀਂ ਮਾਰ ਸਕਦਾ, ਉਸ ਦਿਨ ਇਹ ਕਿਸਾਨ ਜਿਹੜੇ ਨੇ ਆਸਾਨੀ ਦੇ ਨਾਲ ਆ ਕੇ ਲਾਲ ਕਿਲੇ ਦੇ ਵਿੱਚ ਦਾਖਲ ਹੋ ਜਾਂਦੇ ਨੇ। ਅੱਜ ਜਿਸ ਤਰੀਕੇ ਨਾਲ ਚੱਕਾ ਜਾਮ ਸੀਗਾ, ਅੱਜ ਅਜਿਹੇ ਹਾਲਾਤ ਬਣਾ ਦਿੱਤੇ ਜਿਵੇਂ ਕਿ ਅਸੀਂ ਚੀਨ ਦੇ ਸਰਹੱਦੀ ਅਸੀਂ ਤਸਵੀਰ ਵੇਖ ਰਹੇ ਹੋਈਏ।
ਦੀਪ ਸਿੱਧੂ ਲਗਾਤਾਰ ਫੇਸਬੁੱਕ ਉੱਤੇ ਲਾਈਵ ਹੁੰਦਾ ਹੈ, ਹਾਲਾਂਕਿ ਫੇਸਬੁੱਕ ਤੋਂ ਜਿੱਥੋਂ ਲਾਈਵ ਹੋ ਰਿਹਾ ਵਿਅਕਤੀ ਉੱਥੋਂ ਦੀ ਸਾਰਾ ਆਈਪੀ ਐਡਰੈਸ ਟ੍ਰੇਸ ਹੋ ਸਕਦਾ ਹੈ, ਤਾਂ ਕਿਉਂ ਦੀਪ ਸਿੱਧੂ ਨੂੰ ਅਜੇ ਤੱਕ ਹਿਰਾਸਤ ਦੇ ਵਿੱਚ ਨਹੀਂ ਲਿੱਤਾ ਜਾ ਤੁਸੀਂ ਬਹੁਤ ਸਿਆਣੇ ਆਦਮੀ ਹੋ, ਕਿਰਪਾ ਕਰਕੇ ਤੁਸੀਂ ਟ੍ਰੇਸ ਕਰ ਦਿਓ, ਮੈਂ ਉਸ ਵੇਲੇ ਪੁਲਿਸ ਭੇਜ ਦਾਂਗਾ ਜੀ। ਇਹ ਕੰਮ ਤਾਂ ਪੁਲਿਸ ਨਹੀਂ ਪ੍ਰਸ਼ਾਸਨ ਸਰ, ਨਹੀਂ ਤੁਸੀਂ ਤਾਂ ਬੜਾ ਕੁਝ ਕਰਦੇ ਹੋ ਜੀ। ਜਿਹੜਾ ਤੁਸੀਂ ਜਿਹੜਾ ਉਹ ਮੈਰੀਨਾ ਪੈਟਰਸਨ ਆਈ ਹੈ ਨਾਮ, ਉਹ ਮੀਡੀਆ ਨੇ ਕੱਢਿਆ ਨਾ, ਅਸੀਂ ਥੋੜਾ ਕੱਢਿਆ ਜੀ। ਜਿਹੜਾ $2.5 ਲੱਖ ਉਹਨੂੰ ਦਿੱਤਾ ਗਿਆ, $1 ਮਿਲੀਅਨ ਦਿੱਤਾ ਗਿਆ ਉਹਨੂੰ ਹਰਿਆਣਾ ਨੂੰ, ਉਸੇ ਨੇ ਕੱਢਿਆ, ਮੀਡੀਆ ਨੇ ਕੱਢੀ ਡਿਟੇਲ ਸਾਰੀ ਨਾ, ਉਹਦੀ ਜਾਣਕਾਰੀ ਉਹਨੇ ਕੱਢੀ ਹੈ ਸਾਰੀ ਜੀ। ਤੇ ਇਹ ਜਾਣਕਾਰੀ ਤੁਸੀਂ ਕੱਢ ਲਓ ਜੀ। ਸਰਕਾਰ ਨੇ ਆਲਰੇਡੀ ਲਿਸਟ ਕਰਤੀ ਵੀ ਇਹ ਲੋਕੀ ਹੈਗੇ ਨੇ, ਉਹਨਾਂ ਦਾ ਇਨਾਮ ਘੋਸ਼ਣਾ ਕਰਤਾ। ਥੋੜਾ ਨਾਮ ਤੁਸੀਂ ਵੀ ਲੈ ਲਓ ਜੀ, ਕੋਈ ਰੋਕ ਥੋੜਾ ਜੀ ਉਹਨੂੰ, ਕੋਈ ਇਨਾਮ ਪਾ ਲੈ ਲਓ ਜੀ। ਪਰ ਜਿਹੜੀ ਸੱਚ ਗੱਲ ਹੈ, ਸਰਕਾਰ ਲੱਗੀ, ਪੁਲਿਸ ਵੀ ਲੱਗੀ ਜੀ, ਔਰ ਪੁਲਿਸ ਅਲਟੀਮੇਟਲੀ ਟਰੈਕ ਕਰ ਲੇਗੀ। ਯਾਨੀ ਕਿੰਨੇ ਦਿਨ ਬਚੇਗਾ ਜੀ? ਉਹ ਹੋ ਸਕਦਾ ਇੱਕ ਪਿੰਡ ਤੋਂ ਦੂਜੇ ਪਿੰਡ, ਦੂਜੇ ਪਿੰਡ ਤੋਂ ਤੀਜੇ ਪਿੰਡ, ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੋਂ ਦੂਜੇ ਸਟੇਟ ਹੀ ਜਾ ਰਿਹਾ ਹੈ, ਪਰ ਅਲਟੀਮੇਟਲੀ ਟਰੈਕ ਹੋ ਜਾਏਗਾ। ਬਹੁਤ ਦੇਰ ਜਾ ਨਹੀਂ ਸਕਦਾ, ਨਾ ਦੀਪ ਸਿੱਧੂ ਜਾਏਗਾ, ਨਾ ਬਾਕੀ ਜਿਹੜੇ ਉੱਥੇ ਇਨਵੋਲਵ ਸਨ ਉਹ ਜਾਣਗੇ, ਨਾ ਉਹਨਾਂ ਦੇ ਪਿੱਛੇ ਜਿਹੜੇ ਲੋਕੀ ਇਨਵੋਲਵ ਨੇ ਉਹ ਜਾਣਗੇ। ਪਰ ਕਿਰਪਾ ਕਰਕੇ ਇਹ ਜਿਹੜੇ ਲੀਡਰ ਨੇ ਇਹਨੂੰ ਪੁੱਛੋ, ਦੀਪ ਸਿੱਧੂ ਜੋ ਪੁੱਛ ਰਹੇ ਉਹਦੀ ਗੱਲ ਦਾ ਜਵਾਬ ਵੀ ਦੇ ਦੇਣ, ਜਿਹੜਾ ਉਹ ਫੇਸਬੁੱਕ ਤੇ ਪੁੱਛਿਆ। ਅੱਛੀ ਗੱਲ ਕਹਿਤੀ। ਉਹ ਜਿਹੜਾ ਕਹਿ ਰਹੇ ਕਿ ਕਿਹਨੂੰ ਮੈਂ ਕਿੰਨੇ ਪੈਸੇ ਤੱਕ ਖੋਲਤਾ, ਕਿੰਨੀ ਦਿੱਕਤ ਹੋਏਗੀ, ਉਹ ਜਾਣਕਾਰੀ ਵੀ ਲੈ ਲੈਣੀ ਚਾਹੀਦੀ ਹੈ। ਪਰ ਅਫਸੋਸ ਹੈ ਕਿ ਇਹ ਪੂਰਾ ਅਲੱਗ-ਅਲੱਗ ਚਿਹਰੇ ਨੇ, ਅਲੱਗ-ਅਲੱਗ ਜਗ੍ਹਾ ਤੇ ਕੰਮ ਕਰ ਰਹੇ ਨੇ ਜੀ। ਇੱਕ ਚਿਹਰਾ ਜਿਹੜਾ ਫੰਡਿੰਗ ਕਰਾ ਰਿਹਾ, ਇੱਕ ਏਜੰਸੀ ਜਿਹੜੀ ਫੰਡਿੰਗ ਕਰੀ ਹੈ। ਤੁਹਾਨੂੰ ਯਾਦ ਹੋ ਇੱਕ ਏਜੰਸੀ ਹੁੰਦੀ ਸੀ ਕਸ਼ਮੀਰੀ ਅਮਰੀਕਨ ਕਾਉਂਸਲ, ਉਹਦਾ ਹੈਡ ਸੀ ਗੁਲਾਮ ਨਬੀ ਫਾਏ। ਉਹ ਹੈਲਡੀ ਵਾਲੇ ਕੇਸ ਹੀ ਫੜਿਆ ਗਿਆ ਸੀ। ਉਹ ISI ਦੇ ਬਿਹਾਫ ਤੇ ਅਮਰੀਕਾ 'ਚ ਬੈਠ ਕੇ ਲੌਬਿੰਗ ਕਰਦਾ ਸੀ ਕਸ਼ਮੀਰ ਦੇ ਇਸ਼ੂਜ਼ ਤੇ, ਔਰ ਹਿੰਦੁਸਤਾਨੀਆਂ ਨੂੰ ਉੱਥੇ ਬੁਲਾਉਂਦਾ ਸੀ। ਯਾਦ ਹੈ? ਪੋਇਟਿਕ ਫॉर ਜਸਟਿਸ ਵੀ ਉਦਾਂ ਹੀ ਕੁਛ ਹੈ ਜੀ। ਉਹਦੇ ਜੇ ਮਰੀਨਾ ਪੈਟਰਸਨ ਹੈ, ਉਹ ਪੁੱਛੋ ਦੱਸਣ ਉਹ ਕਿਹਨੂੰ ਮਿਲਦੀ ਹੈ, ਜਾਣਕਾਰੀ ਮਿਲ ਜਾਏਗੀ ਸਾਰੀ ਜੀ। ਆਏਗੀ ਥੋੜੇ ਦਿਨ ਬਾਅਦ ਜਾਣਕਾਰੀ ਆਏਗੀ। ਮੈਂ ਤਾਂ ਬੜਾ ਓਪਨਲੀ ਕਹਿ ਰਿਹਾ ਜੀ, ਰਾਹੁਲ ਗਾਂਧੀ ਗਏ ਸਨ ਅੱਜ ਕੀ ਵਿਦੇਸ਼, ਉਹ ਦੱਸਣ ਆਪਣੀ ਆਈਟਨਰੀ ਕਲੀਅਰ ਕਰਨ ਕਿਹਨੂੰ ਮਿਲੇ ਸਨ ਜੀ। ਪਿਛਲੇ ਸਾਲ ਜਦ ਤੱਕ 2 ਸਾਲ ਪਹਿਲੇ EVM ਤੇ ਕੁਐਸਚਨ ਚੱਕਿਆ ਗਿਆ ਸੀ, ਤਾਂ ਉੱਥੇ ਕਪਿਲ ਸਿੱਬਲ ਸਾਹਿਬ ਉਸ ਪ੍ਰੈਸ ਕਾਨਫਰੰਸ ਫੜੇ ਗਏ ਸਨ ਜੀ, ਪਾਏ ਗਏ ਸਨ ਜੀ। ਹੁਣ ਦੱਸਣ ਰਾਹੁਲ ਗਾਂਧੀ ਦੀ ਆਈਟਨਰੀ ਦੱਸਣ ਉਹ ਯੂਰਪ ਵਿੱਚ ਕਿਹਨੂੰ ਮਿਲੇ ਸਨ, ਉਹ ਮਰੀਨਾ ਪੈਟਰਸਨ ਨੂੰ ਜਾਣਦੇ ਨਹੀਂ ਜਾਣਦੇ, ਇਹ ਵੀ ਦੱਸਣ, ਜ਼ਰੂਰ ਦੱਸਣ ਜੀ। ਔਰ ਮਰੀਨਾ ਪੈਟਰਸਨ ਦਾ ਕੀ ਰਿਲੇਸ਼ਨਸ਼ਿਪ, ਉਹ ਵੀ ਦੱਸਣ ਜੀ ਗੱਲ। ਹਾਲਾਂਕਿ ਮੋਹ ਧਾਲੀਵਾਲ ਦੇ ਨਾਲ ਅਸੀਂ ਟੀਵੀ ਪੰਜਾਬ ਦੇ ਉੱਤੇ ਗੱਲਬਾਤ ਕੀਤੀ ਹੈ, ਉਹ ਕਹਿ ਰਹੇ ਕਿ ਇਹ ਵੀ ਇੱਕ ਪ੍ਰੋਪੇਗੈਂਡਾ ਹੈਗਾ। ਹੁਣ ਸਰਕਾਰ ਦਾ ਜਿਸ ਤਰੀਕੇ ਦੇ ਨਾਲ ਆਵਾਜ਼ ਕਿਸਾਨਾਂ ਦੀ ਇਸ ਕਦਰ ਪਹੁੰਚ ਚੁੱਕੀ ਹੈਗੀ ਹੈ ਇੰਟਰਨੈਸ਼ਨਲ ਲੈਵਲ ਦੇ ਉੱਤੇ, ਉਹਨਾਂ ਦੇ ਵੱਲੋਂ ਹੁਣ ਇਹ ਸਾਜ਼ਿਸ਼ਾਂ ਜਿਹੜੀਆਂ ਹੈਗੀਆਂ ਉਹ ਰਚੀਆਂ ਜਾ ਰਹੀਆਂ ਨੇ। ਤੁਹਾਨੂੰ ਕੀ ਵਾਕਈ ਲੱਗਦਾ ਹੈਗਾ ਕਿ ਇੱਕ ਉਹ ਵਿਅਕਤੀ ਜਿਸ ਦੇ 100 ਮਿਲੀਅਨ ਫਾਲੋਅਰਸ ਹੋਣ, ਜਿਸ ਦੀ ਪੂਰੇ ਸਾਲ ਦੀ ਟਰਨਓਵਰ 600 ਮਿਲੀਅਨ ਤੋਂ ਉੱਪਰ ਹੋਵੇ, ਉਹ ਇੱਕ ਫੰਡਿੰਗ ਦੇ ਕਾਰਨ, ਇੱਕ ਕੁਝ ਪੈਸੇ ਦੇ ਕਾਰਨ ਇਹੋ ਜਿਹਾ ਟਵੀਟ ਕਰੇਗੀ? ਮੈਂ ਹੁਣ ਤੁਹਾਨੂੰ ਦੱਸਿਆ ਨਾ, ਨਾਮ ਦਿੱਤਾ ਤੁਹਾਨੂੰ ਮੈਂ, ਗੁਲਾਮ ਨਬੀ ਫਾਏ। ਚੈੱਕ ਕਰੋ, ਕਿਰਪਾ ਕਰਕੇ ਥੋੜਾ ਹੋਮਵਰਕ ਕਰਕੇ ਚੈੱਕ ਕਰੋ ਉਹ ਕੀ ਕਰਦਾ ਸੀ ਔਰ ਕਿਉਂ ਫੜਿਆ ਗਿਆ ਸੀ, ਔਰ ਉਹ ਹੈਡਲੀ ਨਾਲ ਉਹਦਾ ਕੀ ਕਨੈਕਸ਼ਨ ਸੀ, ਤੁਹਾਨੂੰ ਪਤਾ ਲੱਗ ਜਾਏਗਾ। ਬੜਾ ਸੋਫਿਸਟੀਕੇਟਡ ਆਦਮੀ ਸੀ, ਬੜਾ ਸੋਫਿਸਟੀਕੇਟਡ ਨਾਲ ਗੱਲ ਕਰਦਾ ਸੀ, ਹਿੰਦੁਸਤਾਨ ਤੋਂ ਲੋਕਾਂ ਨੂੰ ਲੈ ਕੇ ਜਾਂਦਾ ਸੀ, ਹਿੰਦੁਸਤਾਨ ਦੇ ਖਿਲਾਫ ਭੜਕਾਉਂਦਾ ਸੀ, ਕਸ਼ਮੀਰ ਦੀ ਗੱਲ ਕਰਦਾ ਸੀ, ਕਸ਼ਮੀਰ ਨੂੰ ਆਜ਼ਾਦ ਕਰਨ ਦੀ ਗੱਲ ਕਰਦਾ ਸੀ। ਲੋਕੀ ਉੱਥੇ ਵੱਡੇ ਪੱਤਰਕਾਰ, ਮੈਂ ਨਾਮ ਲੈਣਾ, ਵੱਡੇ ਪੱਤਰਕਾਰ ਜਾਂਦੇ, ਵੱਡੇ ਹੋਰ ਲੋਕੀ ਜਾਂਦੇ ਸਨ, ਪੋਲੀਟੀਸ਼ੀਅਨ ਜਾਂਦੇ ਸਨ, ਉੱਥੇ ਜਾ ਕੇ ਗੱਲ ਸੁਣ ਕੇ ਆਉਂਦੇ ਸਨ। ਉਹਨਾਂ ਦੀ ਚਿੰਤਾ ਵੀ ਹੁੰਦੀ ਸੀ। ਉਹ ਜਦ ਫੜਿਆ ਗਿਆ, ਐਕਸਪੋਜ਼, ਸਭ ਕੁਝ ਐਕਸਪੋਜ਼ ਹੋ ਗਿਆ। ਤਾਲੀਬਾਨ ਨੂੰ ਇੰਨੀ ਗੱਲ ਪੁੱਛੋ 26 ਜਨਵਰੀ ਨੂੰ ਉਹ ਕੌਂਸਲੇਟ ਤੇ, ਵੀਜ਼ਾ ਕੌਂਸਲੇਟ ਤੇ ਕੀ ਕਰ ਰਿਹਾ ਸੀ, ਉਹਦੀ ਕਿਰਪਾ ਕਰਕੇ ਉਹ ਵੀਡੀਓ ਵੀ ਚਲਾ ਦਿਓ। ਔਰ ਤਾਲੀਬਾਨ ਨੂੰ ਪੁੱਛੋ, ਉਹ ਪੋਇਟਿਕ ਫॉर ਜਸਟਿਸ ਦਾ ਓਨਰ ਤੇ ਹੈ ਨਾ ਜੀ, ਉਹ ਚਲਾ ਰਹੇ, ਉਹ ਆਰਗੇਨਾਈਜੇਸ਼ਨ ਤੋਂ ਚਲਾ ਰਹੇ ਨੇ। ਔਰ ਪੋਇਟਿਕ ਫॉर ਜਸਟਿਸ ਮਰੀਨਾ ਪੈਟਰਸਨ ਹੈ ਜਾਂ ਨਹੀਂ ਹੈ, ਔਰ ਮੈਂ ਮਰੀਨਾ ਪੈਟਰਸਨ ਦੇ ਗ੍ਰੇਟਾ ਨਾਲ ਔਰ ਰਿਹਾਨਾ ਦੇ ਨਾਲ ਕੀ ਸਮਝਨੇ ਕਿ ਮਰੀਨਾ ਪੈਟਰਸਨ ਰਿਹਾਨਾ ਔਰ ਗ੍ਰੇਟਾ ਦੀ PR ਏਜੰਟ ਹੈ ਜਾਂ ਨਹੀਂ ਹੈ, ਔਰ ਕਿਆ ਮਰੀਨਾ ਪੈਟਰਸਨ ਸਾਰੇ ਹਿੰਦੁਸਤਾਨ ਦੇ ਕੁਝ ਲੋਕਾਂ ਨੂੰ ਮਿਲੀ ਨਹੀਂ ਮਿਲੀ ਬਾਤ ਕਲੀਅਰ ਹੋ ਜੀ ਗੱਲ ਸਰ। ਇਸ ਵਾਰ ਅਸੀਂ ਵੀ ਇਹ ਵੀ ਦੇਖਣ ਨੂੰ ਮਿਲਿਆ ਕਿ MEA ਦੇ ਵੱਲੋਂ ਇੱਕ ਅਜਿਹੀ ਸ਼ਖਸੀਅਤ ਦੇ ਵਾਸਤੇ ਕੋਈ ਪ੍ਰੈਸ ਰਿਲੀਜ਼ ਜਿਹੜੀ ਹੈਗੀ ਆ ਉਹ ਕਰਨੀ ਪਈ ਹੈਗੀ ਉਹਨਾਂ ਨੂੰ। ਰਿਹਾਨਾ ਹਾਲਾਂਕਿ ਕੋਈ ਉਹਦਾ ਪੋਲੀਟੀਕਲ ਜਿਹੜਾ ਹੈ ਬੈਕਗ੍ਰਾਉਂਡ ਨਹੀਂ ਹੈਗਾ, ਕੋਈ ਉਹ ਪੋਲੀਟੀਕਲ ਵਜੂਦ ਨਹੀਂ ਰੱਖਦੀ, ਪਰ ਇੱਕ ਇਹੋ ਜਿਹੀ ਸ਼ਖਸੀਅਤ ਵਾਸਤੇ ਵੀ ਜਿਹੜਾ ਹੈ MEA ਨੂੰ ਸਟੇਟਮੈਂਟ ਜਾਰੀ ਕਰਨੀ ਪੈਂਦੀ ਹੈ ਵਿਦ ਹੈਸ਼ਟੈਗਸ ਇੰਡੀਆ ਯੂਨਾਈਟਿਡ ਦਾ, ਜਿਸ ਨੂੰ ਫਿਰ ਬਹੁਤ ਸਾਰੇ ਆਪਣੇ ਕ੍ਰਿਕਟਰਸ ਜਿਹੜੇ ਨੇ ਉਹ ਰੀਟਵੀਟ ਕਰਦੇ ਹੈਗੇ ਨੇ, ਸੈਲੀਬ੍ਰਿਟੀਜ਼ ਰੀਟਵੀਟ ਕਰਦੇ ਨੇ। ਕੀ ਲੱਗਦਾ ਸੀ ਕਿ ਇਸ ਮੁੱਦੇ ਨੂੰ ਉਨੀ ਤਵੱਜੋ ਦੇਣ ਦੀ ਇੰਡੀਆ ਨੂੰ ਲੋੜ ਸੀਗੀ? ਦੇਖੋ, ਜਿਹੜੀ ਉਹ ਟੂਲ ਕਿਟ ਆਈ ਹੈ ਉਹਦੀ ਜਾਣਕਾਰੀ ਕੱਢ ਲਓ। ਮੈਂ ਅੱਜ ਨਾਮ ਨਹੀਂ ਲੈ ਰਿਹਾ, ਤੁਸੀਂ ਅੱਜ ਜਾਓਗੇ ਤੁਹਾਨੂੰ ਪਤਾ ਲੱਗ ਜਾਏਗਾ। ਇੱਕ ਮੈਂਬਰ ਪਾਰਲੀਮੈਂਟ ਨੇ ਵੀ ਇਹੋ ਜਿਹਾ ਇੱਕ ਡਿਟੇਲ ਕੱਢੀ ਆਪਣੇ ਉੱਤੇ ਜੀ। ਬਾਹਰ ਵਿਦੇਸ਼ਾਂ 'ਚ ਲੌਬਿਸਟ ਹਾਇਰ ਕੀਤੇ ਜਾਂਦੇ ਨੇ, ਬਾਹਰ ਵਿਦੇਸ਼ਾਂ 'ਚ ਲੌਬਿਸਟ ਕੰਮ ਕਰਦੇ ਨੇ। ਉਹ ਮੈਂਬਰ ਪਾਰਲੀਮੈਂਟਸ ਤੇ ਜਿਹੜੇ ਲੋਕੀ ਫੈਸਲੇ ਤੇ ਛਾਪ ਛੱਡਦੇ ਨੇ, ਉਹਨਾਂ ਤੇ ਉਹ ਸੈਲੀਬ੍ਰਿਟੀਜ਼ ਤੇ ਕੰਮ ਕਰਦੇ ਨੇ ਜੀ। ਪਰ ਉਹ ਕਿਹਦੇ ਬਿਹਾਫ ਤੇ ਕੰਮ ਕਰ ਰਹੇ ਨੇ, ਜਿਹੜੇ ਉਹ ਲੌਬਿਸਟ ਨੇ ਉਹ ਕਿਹਦੇ ਬਿਹਾਫ ਤੇ ਕੰਮ ਕਰ ਰਹੇ ਨੇ, ਇਹ ਜਾਣਕਾਰੀ ਜਾਣਨਾ ਜ਼ਰੂਰੀ ਹੈ। ਉਹਨਾਂ ਪਿੱਛੇ ਕਿਹੜੇ ਲੋਕੀ ਨੇ ਉਹ ਸਮਝਣਾ ਜ਼ਰੂਰੀ ਹੈ। ਉਹ ਸਮਝ ਆ ਜਾਏਗੀ ਗੱਲ ਤੇ ਖੁੱਲ ਜਾਏਗੀ ਗੱਲ ਸਾਰੀ। ਪਰ ਇਸ਼ੂ ਜਿਹੜੀ ਵਾਪਸ ਆਪਾਂ ਕਿਸਾਨਾਂ ਦੇ ਆਈ ਹੈ, ਮੈਂ ਹਾਲੇ ਵੀ ਕਿਸਾਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ, ਕਿਰਪਾ ਕਰਕੇ
ਆਓ ਗੱਲਬਾਤ ਕਰੋ, ਆਪਾਂ ਗੱਲ ਨਿਬੇੜੀਏ, ਕਿਸਾਨੀ ਹਿੱਤ 'ਚ ਗੱਲ ਨਿਬੇੜੀਏ, ਪੰਜਾਬ ਦੇ ਹਿੱਤ 'ਚ ਗੱਲ ਨਿਬੇੜੀਏ। ਇਹ ਗੱਲ ਨਿਬੇੜਨਾ ਜ਼ਰੂਰੀ ਹੈ, ਆਪਾਂ ਇਹਨੂੰ ਲੰਬਾ ਨਾ ਖਿੱਚੀਏ। ਉਹ ਤਿੰਨ ਮੰਗਾਂ ਰੱਖਦੇ ਨੇ, ਕਹਿੰਦੇ ਇੱਕ ਵਾਰ ਤਾਂ ਮਾਹੌਲ ਸੁਖਾਵਾਂ ਕਰ ਦਿਓ। ਤੁਸੀਂ ਕਹਿ ਰਹੇ ਹੋ ਕਿ ਚੱਕਾ ਜਾਮ ਨੂੰ ਲੈ ਕੇ ਸੀਗਾ, ਸ਼ਾਇਦ ਹੁਣ ਕੀ ਇਹ ਮਾਹੌਲ ਸੁਖਾਵਾਂ ਹੋ ਜਾਊਗਾ। ਇੰਟਰਨੈਟ ਸਰਵਿਸਿਜ਼ ਬੰਦ ਹੋਈਆਂ ਨੇ, ਉਹਨੂੰ ਚਾਲੂ ਕਰਵਾ ਦਿਓ, ਤੇ ਨਾਲ ਹੀ ਜਿਹੜੇ ਪਰਚੇ ਹੋਏ ਨੇ ਨੌਜਵਾਨਾਂ ਦੇ ਉੱਤੇ, ਜਿਹੜੇ ਵਿੱਚ ਸੀਗੇ ਵੀ ਨਹੀਂ, ਜਿਨ੍ਹਾਂ ਨੂੰ ਮੈਟਰੋ ਸਟੇਸ਼ਨਸ ਉੱਤੇ ਫੜਿਆ ਗਿਆ, ਜਿਨ੍ਹਾਂ ਦੇ ਉੱਤੇ ਨਜਾਇਜ਼ ਪਰਚੇ ਹੋਏ ਨੇ, ਉਹਨਾਂ ਦੇ ਉੱਤੇ ਗੱਲ ਪਹਿਲੇ ਤਾਂ ਕਹ ਲੋ ਬੀਜੇਪੀ ਦੇ ਵਰਕਰ, ਕਿਉਂਕਿ ਕਿਸਾਨ ਲੀਡਰ ਤਾਂ ਕਹਿੰਦੇ ਬੀਜੇਪੀ ਨੇ ਭੇਜੇ ਨੇ ਜੀ, ਕਾਂਗਰਸ ਕਹਿ ਰਹੀ ਬੀਜੇਪੀ ਨੇ ਭੇਜੇ ਨੇ, ਅਕਾਲੀ ਦਲ ਕਹਿ ਰਿਹਾ ਬੀਜੇਪੀ ਨੇ ਭੇਜੇ ਨੇ। ਫਿਰ ਕਾਹਨੂੰ ਚਿੰਤਾ ਕਰੋ ਜੀ, ਫਿਰ ਸਾਡੇ ਤੇ ਛੱਡ ਦਿਓ। ਸਾਡੇ ਲੋਕੀ ਫੜੇ ਗਏ ਨੇ, ਸਾਡੇ ਲੋਕਾਂ ਦੇ ਖਿਲਾਫ ਮੁਕੱਦਮੇ ਹੋਏ ਨੇ, ਪਰਚੇ ਦਰਜ ਹੋਏ ਨੇ, ਤਾਂ ਫਿਰ ਸਾਡੇ ਲੋਕਾਂ ਦੇ ਖਿਲਾਫ ਤੁਸੀਂ ਸਾਡੇ ਲੋਕਾਂ ਦੀ ਇੰਨੀ ਚਿੰਤਾ ਕਿਉਂ ਕਰ ਰਹੇ ਹੋ? ਸਰ ਇਹ ਜਿਹੜਾ ਫਰੇਪ ਕਰਦੇ ਹੋ ਨਾ, ਉਹ ਐਕਸਪੋਜ਼ ਕਰ ਦਿਓ ਆਪਣੇ ਨੂੰ। ਕਿਰਪਾ ਕਰਕੇ ਇਹੋ ਜਿਹਾ ਕੰਮ ਨਾ ਕਰੋ ਜਿੱਥੇ ਆਪਣੇ ਨੂੰ ਐਕਸਪੋਜ਼ ਕਰੋ ਜੀ। ਹੱਥ ਜੋੜ ਕੇ ਬੇਨਤੀ ਹੈ, ਜਿਹੜਾ ਮੁੱਦਾ ਹੈ ਉੱਤੇ ਆਓ, ਵਾਪਸ ਹੱਥ ਜੋੜ। ਔਰ ਮੈਂ ਤੁਹਾਡੇ ਚੈਨਲ ਤੋਂ ਹੱਥ ਜੋੜ ਕੇ ਬੇਨਤੀ ਕਰਾਂ, ਕਿਰਪਾ ਕਰਕੇ ਗੱਲਬਾਤ ਦਾ ਰਸਤਾ ਖੋਲੋ। ਜਿੱਥੇ ਅਕਾਲ ਤਖਤ ਸਾਹਿਬ ਦੀ ਅਪੀਲ ਮੰਨੋ, ਗੱਲਬਾਤ ਵਧਾਓ। ਇੱਕ ਕਦਮ ਤੁਸੀਂ ਪਿੱਛੇ ਹੋ ਜਾਓ, ਜਾਂ ਇੱਕ ਕਦਮ ਸਰਕਾਰ ਨੂੰ ਪਿੱਛੇ ਕਰ ਲਓ, ਇੱਕ ਕਦਮ ਆਪ ਪਿੱਛੇ ਹੋ ਕੇ ਰਸਤਾ ਕੱਢੋ। ਸਰਕਾਰ ਇੱਕ ਕਦਮ ਪਿੱਛੇ ਹੋ ਕੇ ਕਾਲ ਕਰੇਗੀ, ਕੋਈ ਪ੍ਰਪੋਜ਼ਲ ਭੇਜੇਗੀ। ਪ੍ਰਪੋਜ਼ਲ ਤਾਂ ਹੁਣ ਤੱਕ ਕਿਸਾਨਾਂ ਉੱਤੇ ਨੇ ਜੀ, 11 ਵਾਰ ਤਾਂ ਸਰਕਾਰ ਨਹੀਂ ਬੁਲਾਇਆ ਸੀ, ਹੁਣ ਕਿਸਾਨ ਕਰ ਲੈਣਾ ਕੀ ਕਿਹੜੀ ਵੱਡੀ ਗੱਲ ਹੈ ਜੀ? ਇਹ ਕਿਹੜਾ ਮੁੱਦਾ ਸਵਾਲ ਹੈ ਜੀ? ਸਰਕਾਰ ਨੇ ਤਾਂ 11 ਵਾਰ ਬੁਲਾਇਆ ਹੀ ਆਪਣੇ ਕੋਲ। ਇੱਕ ਵਾਰ ਕਿਸਾਨ ਕਹਿ ਰਹੇ ਵੀ ਅਸੀਂ ਆ ਜਾਓ, ਤੁਸੀਂ ਆ ਜਾਓ, ਅਸੀਂ ਤੁਹਾਡੇ ਨਾਲ ਗੱਲ ਕਰਨ ਨੂੰ ਤਿਆਰ ਹੈ ਜੀ। ਓਪਨ ਹੈ ਨਾ ਜੀ। ਪ੍ਰਧਾਨ ਮੰਤਰੀ ਮੋਦੀ ਜੀ ਨੇ ਕਹਿਤਾ, ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਕਹਿ ਰਿਹਾ ਕਿ ਮੈਂ ਇੱਕ ਸਾਡੇ ਕ੍ਰਿਸ਼ੀ ਮੰਤਰੀ ਇੱਕ ਫੋਨ ਕਾਲ ਤੇ ਅਵੇਲੇਬਲ ਨੇ, ਕਰ ਲਓ ਗੱਲ, ਨਿਬੇੜ ਲਓ। ਕਹਿੰਦੇ 2 ਅਕਤੂਬਰ ਦਾ ਅਲਟੀਮੇਟਮ ਦਿੱਤਾ, ਕਹਿੰਦੇ 2 ਅਕਤੂਬਰ ਤੋਂ ਬਾਅਦ ਅਸੀਂ ਅਗਲਾ ਆਪਣਾ ਮੈਪ ਦੱਸਾਂਗੇ, ਅਗਲਾ ਆਪਣੀ ਪੂਰੀ ਤਿਆਰੀ ਦੱਸਾਂਗੇ। ਜੇ 2 ਅਕਤੂਬਰ ਤੱਕ ਇਹ ਨਹੀਂ ਰੱਦ ਹੁੰਦੇ ਤਾਂ ਫਿਰ 40 ਲੱਖ ਟਰੈਕਟਰ ਲੈ ਕੇ ਵੀ ਅਸੀਂ ਯਾਤਰਾ ਕਰਨ ਨੂੰ ਤਿਆਰ ਹਾਂ। ਰਕੇਸ਼ ਚੱਕਾ ਸਾਹਿਬ ਜਿਹੜਾ ਪਿਛਲੀ ਵਾਰ ਕਹਿੰਦੇ 4 ਲੱਖ ਟਰੈਕਟਰ ਲੈ ਕੇ ਆਏ, ਇੱਕ ਟਰੈਕਟਰ ਨੂੰ ਤੁਸੀਂ ਦੱਸੋ ਮਾਨਸੇ ਤੋਂ ਜਾਂ ਬਠਿੰਡੇ ਤੋਂ ਜਾਂ ਕਿਧਰੋਂ ਯੂਪੀ ਦੇ ਕਿਸੇ ਸ਼ਹਿਰ ਤੋਂ ਅੰਦਰ ਸੌਰੀ ਪਿੰਡ ਤੋਂ ਇੱਥੇ ਤੱਕ ਲੈਣਾ ਹੋਏ, ਆਉਣ ਜਾਣ ਦਾ ਖਰਚਾ 10,000 ਰੁਪਏ ਦਾ ਹੈ ਨਾ ਜੀ, ਹੈ ਜੀ ਨਹੀਂ ਜੀ? ਮੈਂ ਇੱਕ ਮੇਰੀ ਰਿਕੁਐਸਟ ਜਿਹੜੀ ਮੈਂ ਪਿਛਲੀ ਵਾਲੀ 4 ਲੱਖ ਟਰੈਕਟਰ ਦਾ ਖਰਚਾ, ਔਰ ਇੱਕ ਟਰੈਕਟਰ ਨੂੰ ਦਿੱਲੀ ਲੈ ਕੇ ਵਾਪਸ ਲੈ ਕੇ ਜਾਣਾ ਹੈ, ਡੀਜ਼ਲ ਦਾ ਖਰਚਾ ਪਾ ਲਓ, ਹਿਸਾਬ ਲਾ ਲਓ। ਇੱਕ ਟਰੈਕਟਰ ਦੀ ਇੱਕ ਲੀਟਰ ਡੀਜ਼ਲ ਤੇ 6 ਕਿਲੋਮੀਟਰ ਦੀ ਐਵਰੇਜ ਹੈ, ਠੀਕ ਹੈ ਜੀ। ਚੈੱਕ ਕਰ ਲਓ ਕਿੰਨਾ ਖਰਚਾ ਹੋਇਆ ਜੀ। ਯਾਰ ਉਹ 10,000 ਨੂੰ 4 ਲੱਖ ਨਾਲ ਮਲਟੀਪਲਾਈ ਕਰ ਲਓ, 400 ਕਰੋੜ ਦਾ ਹਿਸਾਬ ਹੈ। ਇਹ ਗੱਲਾਂ ਛੱਡ ਦਿਓ। ਜਿਹੜੀ ਗੱਲ ਕਰਨ ਵਾਲੀ ਹੈ 2 ਅਕਤੂਬਰ ਦੀ ਜਗ੍ਹਾ 2 ਮਾਰਚ ਤੋਂ ਪਹਿਲੇ ਗੱਲ ਨਿਬੇੜ ਕੇ ਆਪਣੇ ਪਿੰਡ ਜਾਓ, ਸੁਹੱਲੇ ਜਾਓ, ਖੁਸ਼ੀਆਂ ਮਨਾਓ ਔਰ ਆਪਣੀ ਗੱਲ ਮਨਾ ਕੇ ਜਾਓ। ਪਰ ਗੱਲਬਾਤ ਨਾਲ ਰਸਤਾ ਕੱਢੋਗੇ ਤਦ ਗੱਲ ਬਣੇਗੀ। ਕਿਰਪਾ ਕਰਕੇ ਹੱਥ ਜੋੜਦਾ, ਗੱਲਬਾਤ ਕਰੋ, ਰਸਤਾ ਖੋਲੋ। ਬਹੁਤ ਬਹੁਤ ਧੰਨਵਾਦ ਗੱਲਬਾਤ ਦੇ ਲਈ। ਤਾਂ ਆਰਪੀ ਸਿੰਘ ਹੁਣੀ ਕਹਿ ਰਹੇ ਨੇ ਗੱਲਬਾਤ ਕਰੋ, ਗੱਲਬਾਤ ਦੇ ਨਾਲ ਹੀ ਮਸਲਾ ਨਿਬੜੂਗਾ। 2 ਅਕਤੂਬਰ ਦੀ ਰਕੇਸ਼ ਸ਼ਿਕਾਇਤ ਕਾਲ ਦਿੰਦੇ ਨੇ, ਪਰ ਤੁਸੀਂ 2 ਮਾਰਚ ਨੂੰ ਹੀ ਆ ਕੇ ਇਹ ਗੱਲ ਖਤਮ ਕਰ ਲਓ ਤਾਂ ਕਿ ਜਿਹੜੇ ਲੋਕ ਬੈਠੇ ਹੋਏ ਨੇ ਉਹ ਵੀ ਆਪਣੇ ਘਰ ਜਾ ਸਕਣ। ਕੈਮਰਾਮੈਨ ਬਜਿੰਦਰ ਦੇ ਨਾਲ ਗਗਨਦੀਪ ਸਿੰਘ, ਟੀਵੀ ਪੰਜਾਬ, ਦਿੱਲੀ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।